हमारे बहुत ख़ास मेहमान इस सेगमेंट में हैं जो हिंदुस्तान से जुड़ गए हैं। दोस्तों, हमने बताया था कि हम आपको बताएंगे कि इस जंग के चलते किस तरह से लोगों की ज़िंदगियां अस्त-व्यस्त हुई हैं। इसी सिलसिले में आज हमारे साथ फ़ोन लाइन पर 4 मेहमान मौजूद हैं और भारत से जुड़ रहे हैं, पंजाब से हैं और किसी न किसी तरह प्रभावित हैं इस जंग से। हमारे साथ जर्नलिस्ट हैं कुसुम अरोड़ा साहिबा हैं, वो हमारे साथ जुड़ गई हैं। उनके साथ गुरदीप सिंह जी हैं, बर्मिंघम में रिहाइश है आपकी, फिलवक्त पंजाब में हैं। उनकी साहिबजादी हैं एंजल, वो भी हैं हमारे साथ। और परमजीत सिंह जी हैं, अबू धाबी की रिहाइश है, होशियारपुर में रहते हैं, वैसे ताल्लुक़ वहाँ से हैं और अब फंसे हुए हैं यहाँ में। आइए सबको खुशामदीद कहते हैं फ़ोन लाइन पर। नमस्कार, सत श्री अकाल कुसुम जी नमस्कार और जी। बाकी सभी मेहमानों को। ਨਮਸਕਾਰ ਜੀ ਜੀ ਨਮਸਕਾਰ ਜੀ। ਜੀ ਸਤਿ ਸ੍ਰੀ ਅਕਾਲ ਜੀ। ਸਵਿਫਟ ਰੇਡੀਓ ਤੇ ਤੁਹਾਡਾ ਸਵਾਗਤ ਹੈ। ਇਸ ਵਕਤ ਤੁਸੀਂ ਸਟੱਡੀ ਸਟੂਡੀਓ ਦੇ ਵਿੱਚ ਜੁੜੇ ਹੋਏ ਹੋ। ਪਹਿਲੀ ਗੱਲ ਤੇ ਕਿ ਸਾਨੂੰ ਵੀ ਬਹੁਤ ਅਫਸੋਸ ਹੋ ਰਿਹਾ ਹੈ ਕਿ ਤੁਸੀਂ ਆਪਣੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਸੀ ਉਸ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਉਲੀਕ ਕੇ ਪੰਜਾਬ ਦੇ ਵਿੱਚ ਆਏ ਸੀ, ਪਰ ਇਸ ਵਕਤ ਜਿਹੜੀ ਅਨਫੋਰਚੂਨੇਟ ਯੁੱਧ ਲੱਗਾ ਹੋਇਆ ਉਸ ਦੇ ਕਾਰਨ ਤੁਸੀਂ ਪੰਜਾਬ ਦੇ ਵਿੱਚ ਸਟਕ ਹੋ ਗਏ ਹੋ, ਪੰਜਾਬ ਦੇ ਵਿੱਚ ਤੁਸੀਂ ਫਸ ਗਏ ਹੋ। ਕੁਸੁਮ ਜੀ, ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਜੀ ਕਿ ਤੁਸੀਂ ਇਹਨਾਂ ਪਰਿਵਾਰਾਂ ਦੇ ਨਾਲ ਕਿਸ ਤਰ੍ਹਾਂ ਐਸੋਸੀਏਟ ਹੋਏ, ਰਾਬਤਾ ਕਿਸ ਤਰ੍ਹਾਂ ਕਾਇਮ ਹੋਇਆ? ਦੱਸੋ। ਜੀ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਸਾਨੂੰ ਪ੍ਰੋਗਰਾਮ ਤੇ ਇਨਵਾਈਟ ਕਰਨ ਲਈ। ਦਰਅਸਲ ਕਿਉਂਕਿ ਮੈਂ ਮੀਡੀਆ ਦੇ ਪ੍ਰੋਫੈਸ਼ਨ ਤੋਂ ਹੀ ਹਾਂ ਤੇ ਅਸੀਂ ਜਿਸ ਦਿਨ ਤੋਂ ਇਹ ਜੰਗ ਸ਼ੁਰੂ ਹੋਈ ਹੈ ਯਾਨੀ ਕਿ ਫਰਵਰੀ 28 ਉਸ ਦਿਨ ਤੋਂ ਹੀ ਯਾਨੀ ਕਿ ਅਸੀਂ ਕਾਫੀ ਸਾਰੇ ਫੈਮਲੀਜ਼ ਨੂੰ ਟਰੈਕ ਕਰ ਰਹੇ ਸੀਗੇ ਜਿਹੜੇ ਫਸੇ ਹੋਏ ਸੀ। ਔਰ ਕਿਉਂਕਿ ਪੰਜਾਬ ਵਿੱਚੋਂ ਤਕਰੀਬਨ ਇਹਨਾਂ ਦਿਨਾਂ ਦੇ ਵਿੱਚ ਯਾਨੀ ਕਿ ਸਰਦੀਆਂ 'ਚ ਕਾਫੀ ਲੋਕ ਜਿਹੜੇ ਆਪਣੇ ਘਰ ਪਰਿਵਾਰ ਮੁੜਦੇ ਆ, ਕੋਈ ਵਿਆਹ ਸ਼ਾਦੀ ਫੰਕਸ਼ਨ ਲਈ, ਤੇ ਇਸ ਤਰ੍ਹਾਂ ਕਾਫੀ ਫੈਮਲੀਜ਼ ਨਾਲ ਅਸੀਂ ਰਾਬਤਾ ਕਾਇਮ ਕੀਤਾ ਔਰ ਇਹਨਾਂ ਨਾਲ ਵੀ ਮਤਲਬ ਕਿ ਸਾਡੀ ਮੁਲਾਕਾਤ ਹੋ ਸਕੀ। ਤੇ ਇਹ ਉਹ ਪਰਿਵਾਰ ਨੇ ਜਿਹੜੇ ਫਰਵਰੀ 28 ਤੋਂ ਹੀ ਇੱਥੇ ਫਸੇ ਹੋਏ ਨੇ ਤੇ ਅੱਜ ਮਾਰਚ 12 ਹੋ ਚੁੱਕੀ ਹੈ ਤੇ ਫਿਲਹਾਲ ਤੱਕ ਕੋਈ ਇਹਨਾਂ ਨੂੰ ਆਪਣੀ ਫਲਾਈਟਸ ਦਾ ਸਟੇਟਸ ਕਲੀਅਰ ਨਹੀਂ ਹੈ ਔਰ ਇਹ ਨਾ ਕੋਈ ਆਲਟਰਨੇਟ ਨਵੀਂ ਫਲਾਈਟ ਬੁੱਕ ਕਰ ਸਕਦੇ ਨੇ ਤੇ ਨਾ ਪ੍ਰੀਵੀਅਸ ਫਲਾਈਟਸ ਦਾ ਕੋਈ ਆਈਡੀਆ ਹੈ ਤੇ ਥੋੜਾ ਕ੍ਰਾਈਸਿਸ ਦੀ ਸਿਚੁਏਸ਼ਨ ਬਣੀ ਹੋਈ ਹੈ ਤੇ ਲੋਕਾਂ ਦੇ ਕੰਮ ਵੀ ਫਸੇ ਹੋਏ ਆ ਜੀ। गुरदीप सिंह जी, आप फंसे हुए हैं, आप बर्मिंघम में रहते हैं लेकिन हेलो पंजाब में। हाँ जी, सत श्री अकाल गुरदीप सिंह जी। ਹਾਂਜੀ ਸਤਿ ਸ਼੍ਰੀ ਅਕਾਲ ਹੈਲੋ। ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੀਤ ਬੋਲਦਾ ਪਿਆ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ। जी जी जी। ਮੈਂ ਰੈਜ਼ੀਡੈਂਟਲੀ ਕਤਰ ਤੋਂ ਆਇਆ ਤੇ ਮੇਰੀ ਆਨਲਾਈਨ ਮੇਰੇ ਤੋਂ ਵੀਜ਼ਾ ਹੈ ਇਸ ਵੇਲੇ UAE ਦਾ ਵਰਕ ਵੀਜ਼ਾ ਤੇ ਮੈਨੂੰ ਬਹੁਤ ਜ਼ਿਆਦਾ ਟਰਬਲ ਹੋ ਰਹੀ ਹੈ। ਆਈ ਕਾਂਟ ਬੁੱਕ ਮਾਈ ਟਿਕਟ ਤੇ आपकी नई नौकरी है? ਇਸ ਕਾਫੀ ਪ੍ਰੋਬਲਮ ਫੇਸ ਕਰ ਰਿਹਾ ਇਸ ਵੇਲੇ। ਮੈਂ ਆਲਰੇਡੀ 20 ਡੇ ਉੱਪਰ ਹੋ ਗਿਆ, ਮੈਂ ਜਾਣਾ ਸੀਗਾ ਬਿਫੋਰ 20 ਡੇ ਜੀ ਤੇ ਟਿਕਟ ਨਹੀਂ ਮਿਲ ਰਹੀ, ਬਹੁਤ ਜ਼ਿਆਦਾ। ਤੁਹਾਡੇ ਨਾਲ ਉਹ ਕੁਝ ਸਵਾਲ ਕਰ ਰਹੇ ਨੇ, ਤੁਸੀਂ ਉਹਨਾਂ ਦੇ ਸਵਾਲ ਦਾ ਜਵਾਬ ਦਿਓ। जी जी परमजीत जी, मैं ये ठीक पूछ है, रहा ठीक था, है, right. आप सुन पा रहे हैं? कैन यू हियर मी? ਪਰਮਜੀਤ ਜੀ ਤੁਸੀਂ ਸੁਣ ਸਕਦੇ ਹੋ? ਹਾਂਜੀ ਹਾਂਜੀ, ਮੈਂ ਸੁਣ ਰਿਹਾ ਜੀ। जी जी हाँ जी। जी, मैं मनी हूँ परमजीत जी, सत श्री अकाल। और बहुत खेद है कि आप वापस नहीं जा पा रहे हैं। सवाल हमारा ये है कि क्या आपकी नई नौकरी वहाँ पे आपने लगाई थी और वो आप चेंज कर रहे थे, तो फिर अब दिक्कत आ रही है आपको वहाँ पहुँचने में? ਹਾਂਜੀ ਪਰਮਜੀਤ ਜੀ ਤੁਸੀਂ ਜਵਾਬ ਦਿਓ ਉਹਨਾਂ ਦੇ ਸਵਾਲ ਦਾ। ਹਾਂਜੀ ਹਾਂਜੀ, ਮੈਂ ਸੁਣ ਰਿਹਾ। ਆਈ ਥਿੰਕ ਸਿਗਨਲ ਪ੍ਰੋਬਲਮ ਹੈ, ਪ੍ਰੋਪਰਲੀ ਆਵਾਜ਼ ਨਹੀਂ ਆ ਰਹੀ। ਹਾਂਜੀ ਪਰਮਜੀਤ ਜੀ ਉਹ ਪੁੱਛ ਰਹੇ ਨੇ ਕਿ ਤੁਸੀਂ ਕੀ ਨਵੀਂ ਆਪਣੀ ਜੌਬ ਜੁਆਇਨ ਕਰਨੀ ਸੀਗੀ ਤੇ ਉਹ 'ਚ ਕੁਝ ਪ੍ਰੋਬਲਮ ਆਈ ਹੈ? ਹਾਂਜੀ, ਮੈਂ ਨਵੀਂ ਜੌਬ ਜੁਆਇਨ ਕਰਨੀ ਸੀਗੀ, ਮੈਂ ਟਿਕਟ ਨਹੀਂ ਬੁੱਕ ਕਰ ਪਾ ਰਿਹਾ। ਮੇਰੇ ਤੋਂ ਆਲਰੇਡੀ ਆਪਣੇ UAE ਦਾ ਵਰਕ ਵੀਜ਼ਾ ਹੈ, ਮੇਰੇ ਤੋਂ ਵੀਜ਼ਾ ਆ ਗਿਆ, ਵੀਜ਼ਾ ਮਿਲ ਗਿਆ ਸੀ। आवाज़ उनकी कट हो गई है, अब हम सुन नहीं पा रहे परमजीत जी को। ਜੀ 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 ਕੁਸਮ ਜੀ, ਕੋਸ਼ਿਸ਼ ਕਰਦੇ ਹਾਂ ਕਿ ਜੇ ਗੁਰਦੀਪ ਸਿੰਘ ਜੀ ਦੇ ਨਾਲ ਤੇ ਉਹਨਾਂ ਦੀ ਬੇਟੀ ਦੇ ਨਾਲ ਗੱਲ ਹੋ ਸਕਦੀ ਹੈ। ਬਰਮਿੰਘਮ ਤੋਂ ਉਹ ਆਏ ਸੀ ਪੰਜਾਬ ਦੇ ਵਿੱਚ, ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਪਰਿਵਾਰ ਨੂੰ ਮਿਲਣ ਵਾਸਤੇ ਆਏ ਸੀ ਜਾਂ ਕੋਈ ਹੋਰ ਰੁਝਾਨ ਸੀ, ਤੇ ਹੁਣ ਕਿੰਨੀ ਦੇਰ ਤੋਂ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਫਸੇ ਹੋਏ ਨੇ ਕਿ ਉਹ ਵਾਪਸ ਜਾਣਾ ਚਾਹੁੰਦੇ ਆ ਪਰ ਕੋਈ ਸਬਬ ਨਹੀਂ ਬਣ ਰਿਹਾ। ਚਲੋ ਜੀ, ਮੈਂ ਗੁਰਦੀਪ ਬੋਲਦਾ ਜੀ। ਜੀ ਗੁਰਦੀਪ ਮੇਰੇ ਨਾ बेटी का ना यानी चश्मा जो है ना वो उतरवाना था, इधर ऑपरेशन करवाना था। जी
ਆਪਰੇਸ਼ਨ ਕਰਾਉਣ ਲਈ ਆਏ ਸੀਗੇ ਤੇ ਆਪਰੇਸ਼ਨ ਤਾਂ ਹੋ ਗਿਆ ਸਾਰਾ ਕੁਝ, ਲੇਕਿਨ ਉਹ 28 ਤਰੀਕ ਦੀ ਸਾਡੀ ਫਲਾਈਟ ਸੀ, ਮੁੜ ਕੇ ਵਾਪਸ ਨਹੀਂ ਜਾ ਪਾਏ ਜੰਗ ਦੀ ਵਜ੍ਹਾ ਨਾਲ। ਜੀ ਹਾਂ, ਇਹ ਸਾਨੂੰ ਹੁਣ ਪ੍ਰੋਬਲਮ ਆ ਰਹੀ ਹੈ। ਇਹ ਬੱਚੇ ਸਾਡੇ ਦੀ, ਬੇਟੀ ਦੀ, ਮੇਰੀ ਦੀ, ਜਿੱਦਾਂ ਉੱਥੇ ਜੂਨੀ ਚੱਲ ਰਹੀ ਆ, ਉੱਧਰ ਵੀ ਪ੍ਰੋਬਲਮ ਆ। ਜੀ ਤੇ ਸਾਨੂੰ ਜਿੱਥੇ ਅਸੀਂ ਵਰਕ ਵੀ ਕਰ ਰਹੇ ਹਾਂ ਉੱਧਰ ਵੀ ਉਹਨਾਂ ਨੇ ਸਾਨੂੰ ਪ੍ਰੋਬਲਮ ਆ ਰਹੀ ਆ, ਕਿਉਂਕਿ ਅਸੀਂ ਕੰਮ ਤੇ ਜਾ ਕੇ ਲੱਗਣਾ ਸੀ ਬਿਲਕੁਲ ਬੈਗ ਜਾ ਕੇ। ਜੀ ਤੇ ਤੁਸੀਂ ਤੇ- ਬਰਮਿੰਗਮ ਦੇ ਰਹਿਣ ਵਾਲੇ ਹੋ ਤੇ ਇੰਗਲੈਂਡ ਦੇ ਤੁਸੀਂ ਬਸ਼ਿੰਦੇ ਹੋ, ਕੀ ਸਰਕਾਰ ਤੱਕ ਤੁਸੀਂ ਕੋਈ ਪਹੁੰਚ ਕੀਤੀ, ਉੱਥੋਂ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਕਿ ਕਿਸੇ ਤਰੀਕੇ ਨਾਲ ਮਦਦ ਹੋ ਸਕਦੀ ਹੈ? ਨਹੀਂ, ਅਸੀਂ ਇਦਾਂ ਦੀ ਤਾਂ ਕੋਈ ਮਦਦ ਨਹੀਂ ਮੰਗੀ ਉਹਨਾਂ ਤੋਂ। ਵੈਸੇ ਇੱਧਰ ਆਪਾਂ ਜਿਨ੍ਹਾਂ ਕੋਲ ਟਿਕਟਾਂ ਬੁੱਕ ਕਰਾਈਆਂ ਸੀ ਉਹਨਾਂ ਨੂੰ ਅਸੀਂ ਕਿਹਾ ਸਾਡੀ ਜਲਦੀ ਤੋਂ ਜਲਦੀ ਟਿਕਟ ਬੁੱਕ ਕੀਤੀ ਜਾਵੇ, ਪਰ ਉਹ ਟਰਾਈ ਕਰ ਰਹੇ ਆ, ਅਭੀ ਤੱਕ ਹੋ नहीं रही है, कोई बुक हो नहीं रही टिकट। एंजल जी से भी मैं जानना चाह रहा था गुरदीप सिंह जी कि वो तो यूनिवर्सिटी स्टूडेंट है, आपने बताया है, वो किस तरह से इम्पैक्ट हुई हैं और क्या मतलब असमंजस वाली स्थिति बन गई है आपके परिवार में? एंजल जी। Hello, सत श्री अकाल। सत श्री अकाल हाँ जी। जी, university it's causing me so many problems. So my studies are stuck right now. ਤੇ ਮੈਂ for 1 month and a half, obviously ਮੈਂ ਉਹਨਾਂ ਨੂੰ ਦੱਸਿਆ ਸੀਗਾ to begin with ਕਿ ਮੈਂ ਇੱਥੇ ਆ ਕੇ operation ਕਰਵਾਉਣਾ ਆ, so they knew about that. But ਉਹਦੇ ਤੋਂ ਇਲਾਵਾ ਇੱਥੇ ਆ ਕੇ we are stuck right now, so my studies are getting impacted. I can't do my assignments, and for that reason the university is telling me that you can't continue in certain things and it's getting delayed. So mera time waste ho raha hai. Things are not giving a clear answer ki saadi flight back kado hongi, so we are still waiting. ਸੋ ਯੂਨੀਵਰਸਿਟੀ ਵੱਲੋਂ ਕੁਝ ਇਸ ਤਰ੍ਹਾਂ ਦਾ ਤੁਹਾਨੂੰ ਨਹੀਂ ਜਵਾਬ ਦਿੱਤਾ ਗਿਆ ਕਿ ਕੋਈ ਆਨਲਾਈਨ ਕੋਰਸਿਸ ਦੀ ਕੋਈ ਫੈਸਿਲਿਟੀ ਦੇ ਸਕਦੇ ਆ ਜਾਂ ਕਿਸੇ ਤਰੀਕੇ ਦੇ ਨਾਲ ਮਦਦ ਕਰ ਸਕਦੇ ਆ? ਸੋ ਦਿਸ ਇਜ਼ ਵਾਟ ਯੂ ਸੈਡ, ਰਾਈਟ? Yes, so far obviously they have lectures online, but most of the workshops they're happening in classes, in seminars, so us karke mainu problem aa rahi hai, and they're doing it with tutors. So I don't know, they're gonna sort it out eventually. Obviously okay, because of the war we can give you not physical support, sorry, mental, they give us like help ideally, ਪਰ ਉਸ ਤੋਂ ਇਲਾਵਾ ਉਹ ਕੁਝ ਹੈਲਪ ਨਹੀਂ ਪ੍ਰੋਵਾਈਡ ਕਰ ਸਕਦੇ ਰਾਈਟ ਨਾਓ। ਉਹ ਇਹੀ ਸੁਜੈਸਟ ਕਰ ਰਹੇ ਆ ਤੁਸੀਂ ਸਟੱਡੀ ਬ੍ਰੇਕ ਲੈ ਲਓ, ਪਰ ਉਹਦੇ ਨਾਲ ਓਬਵੀਅਸਲੀ ਮੇਰਾ टाइम वेस्ट होना है इन यूनिवर्सिटी एंड स्टडीज। जी तो ये जस्ट टू बी क्लियर, तो आपका ये आप सेल्फ फंडेड हैं या यूनिवर्सिटी फंडिंग है? सेल्फ फंडेड है तो फिर वो भी एक फैक्टर होगा, नहीं मतलब आपका जितना टाइम लगेगा उतना आपका। हाँ Sorry, Hanji, we are self-funded, so obviously, yeah, that is impacted. And tutors jo kar sakde ho help kar rahe ne, but most of the course is dependent on me. So as an adult, because I'm 22, ja main apni studies nahi kar rahi ya main utthe nahi aa, so it's because of me. So ਉਹਦੇ ਵਿੱਚ ज़्यादा help nahi kar sakde. So they expect me to be there and continue with things. The time hai, but obviously they're saying ki we are trying to help you, sorry, just back as soon as possible, inform us. ਜੀ ਤੇ ਏਜਲ, ਜਦੋਂ ਤੁਸੀਂ ਇੱਥੇ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਤੁਹਾਡੇ ਪਿਤਾ ਜੀ ਨੇ ਵੀ ਦੱਸਿਆ ਕਿ ਟਿਕਟ ਜਿਹੜੀ ਏਜੰਟ ਸੀ ਉਹਨਾਂ ਦੇ ਨਾਲ ਤੁਸੀਂ ਪਹੁੰਚ ਕੀਤੀ ਆ ਵੀ ਜਲਦੀ ਤੋਂ ਜਲਦੀ ਟਿਕਟਸ ਮਿਲ ਸਕਣ, ਪਰ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਦਾ ਕੀ ਅੰਦਾਜ਼ਾ ਹੈ ਵੀ ਕਦ ਤੱਕ ਟਿਕਟਸ ਵਾਪਸੀ ਦੀਆਂ ਮਿਲ ਸਕਦੀਆਂ? So travel agents are trying to contact the airline. So we've come with Indigo, by the way, just to inform you. Airline is saying some of the flights are getting cancelled. To see recently ek news vi suni hongi ki one of the flight went up in the air and they were 7 hours in the air. ਤੇ ਫਿਰ ਉਹਨਾਂ ਨੂੰ ਦੁਬਾਰਾ back ਲਿਆਣੀ ਪਈ and landed back in the homeland. So we are just hoping ki next flights ਜਿਹੜੀ rebook ਹੋਣਗੀਆਂ, ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ to be as soon as possible, from what we are getting informed. Travel agency is trying to contact them as well to get it fixed as soon as possible. That's the only thing we have right now. We're trying to keep up but keep calling them, so let's see what happens. अगर परमजीत जी आप सुन पा रहे हैं हमें, आपसे जानना चाहेंगे क्योंकि बीच में आपकी बात कट हो गई कि आप कह रहे थे कि जब जॉब में ख़तरा अब हो रहा है कि इतने दिन हो गए, आप 20 दिन हो गए, आप वापस जा नहीं पा रहे हैं, तो अगर आप हमें सुन पा रहे हैं तो ये ज़रूर बताइएगा कि ये वहाँ किस कंपनी ने किस तरह से आपको समर्थन दिया है या दिया नहीं है? ਪਰਮਜੀਤ ਜੀ ਤੁਸੀਂ ਸੁਣ ਸਕਦੇ ਹੋ? ਹਾਂ ਮੈਂ ਸੁਣ ਰਿਹਾ। ਹਾਂਜੀ, ਤੁਸੀਂ ਇਹਨਾਂ ਦੇ ਸਵਾਲ ਦਾ ਜਵਾਬ ਦਿਓ, ਹੁਣ ਤੁਸੀਂ ਬੋਲਿਓ। ਠੀਕ ਹੈ।
ਹਾਂਜੀ, ਉਹ ਪੁੱਛ ਰਹੇ ਨੇ ਕਿ ਤੁਹਾਡੀ ਜਿਹੜੀ ਤੁਸੀਂ ਜੌਬ ਜੁਆਇਨ ਕਰਨੀ ਸੀਗੀ, ਉੱਥੇ ਤੁਸੀਂ ਜੌਬ ਨਹੀਂ ਜੁਆਇਨ ਕਰ ਸਕੇ, ਕੀ ਪ੍ਰੋਬਲਮ ਆਈ ਹੈ? ਤੁਸੀਂ ਕਿੱਥੇ ਜਾਣਾ ਸੀ? ਥੋੜਾ ਦੱਸਿਓ ਆਪਣੇ ਬਾਰੇ। ਹੈਲੋ। अबू धाबी मेरी जी। ऑलरेडी सिलेक्शन हुई है। हुँ, हेलो हाँ जी, जी। जी। ਹਾਂਜੀ, ਹਾਂਜੀ। हेलो ਹਾਂਜੀ, मैं ਹਾਂਜੀ, अबू ਬੋਲੋ। धाबी मैं अबू धाबी जाना सी। अबू धाबी ਦਾ ਵੀਜ਼ਾ ਹੈ ਮੇਰੇ ਤੋਂ, ਠੀਕ ਹੈ। ਤੇ ਵਰਕ ਪਰਮਿਟ ਉਹਨਾਂ ਨੇ ਮੈਨੂੰ ਇਸ਼ੂ ਕੀਤਾ ਸੀ, ਕੰਪਨੀ ਨੇ, ਫਰੋਜ਼ਨ ਕੰਪਨੀ ਨੇ ਮੈਨੂੰ ਵਰਕ ਪਰਮਿਟ ਦਿੱਤਾ ਸੀ ਅੱਜ ਤੋਂ 25 ਦਿਨ ਪਹਿਲੇ। ਤੇ ਗੋ ਫਲਾਈਟ ਇਹ ਇਸ਼ੂ ਜੀ ਟੈਨਸ਼ਨਸ ਹੈਗੀਆਂ ਨੇਸ਼ਨ ਦੇ ਵਿੱਚ, ਤੇ ਉਸ ਕਰਕੇ ਮੈਂ ਟਿਕਟ ਨਹੀਂ ਬੁੱਕ ਕਰ ਪਾ ਰਿਹਾ। ਤੇ ਮੈਨੂੰ 25 ਦਿਨ ਹੋ ਗਿਆ, ਮੈਂ ਟਰਾਈ ਕਰ ਰਿਹਾ ਟਿਕਟ ਬੁੱਕ ਕਰਨ ਦੀ, ਨਾ ਮੈਨੂੰ ਟਿਕਟ ਅੰਮ੍ਰਿਤਸਰ ਤੋਂ ਮਿਲ ਰਹੀ ਹੈ, ਨਾ ਦਿੱਲੀ ਤੋਂ ਮਿਲ ਰਹੀ ਹੈ। ਤੇ और ट्रबल बहुत ज़्यादा हो रही है। मेन ट्रबल तो यही है। कुसुम जी, आप परमजीत जी इस से चीज़ का बहुत ज़्यादा इंपैक्ट पै रहा। मेरा मिडिल पर्सन हुँ, हुँ। तो काफ़ी ज़्यादा मतलब कि सारी फैमिली का इंपैक्ट पै रहा। ते फिर पता नहीं कब तक ये दोबारा रिज्यूम करनी है। जी। जी, जी। कुसुम जी, आप ज़रा पूछिए परमजीत जी से कि एक तो वो फंसे हुए हैं, वो तो हमें समझ में आ गया। मिडिल मैन का जिक्र किया, तो फिर किसी ने जॉब दिलाया था, जो आप बोल रहे हैं कि अभी अगर नहीं पहुंचेंगे तो फिर हम आगे बढ़ा नहीं पाएंगे। क्या जॉब नौकरी पे बात बनाई है? ਪਰਮਜੀਤ ਜੀ, ਕੀ ਤੁਸੀਂ ਜਿਹੜੀ ਇਹ ਜੌਬ ਲਈ ਸੀਗੀ, ਇਹ ਕਿਸੇ ਮਿਡਲਮੈਨ ਦੇ ਤਹਿਤ ਲਈ ਸੀਗੀ, ਤੇ ਕੀ ਤੁਹਾਨੂੰ ਹੁਣ ਕੋਈ No, no, no. It's a Zoom interview by Zoom. ਓਕੇ, ਜ਼ੂਮ ਇੰਟਰव्यू, राइट, राइट, ठीक है। जी। हेलो। आई थिंक हाँ जी। उनका नेटवर्क थोड़ा सा परेशान कर रहा है उनको भी और हमें भी। लेकिन जी, जी। कुसुम जी, मैं अभी वही आपसे जानना चाहूँगा कि देखिए, ये समझ में तो आ गया। एक दिन हो गया मैंने उठाया नहीं, हुँ। ठीक है। आई थिंक परमजीत जी को कर पा दोबारा बाकी किया। जुड़ने की ज़रूरत इवन है। दो जलंधर मुकेलिया अपने जिले लोकल हैगा ना एरिया लगे, जी। हर एक एजेंट ने गल की है टिकट वास्ते, बट कोई एजेंट टिकट नहीं बुक कर पा रहा। हुँ, हुँ। जी, जी, जी। ਤੇ ਬਹੁਤ ਵੱਡੀ ਜਿਹੜਾ ਟਰਬਲ ਹੈਗੀ ਇਸ ਵੇਲੇ। ਜੀ, ਜੀ, ਪਰਮਜੀਤ ਜੀ, ਹਾਂਜੀ। ਜੀ, ਮਨੀ ਜੀ ਤੋਂ ਇਹ ਇਹੀ ਕਹਿ ਰਹੇ ਨੇ ਕਿ ਸੇਮ ਪ੍ਰੋਬਲਮ ਹੈ ਕਿ ਕੋਈ ਏਜੰਟ ਜਿਹੜਾ ਆ, ਕੋਈ ਟਰੈਵਲ ਏਜੰਟ ਨਾ ਤਾਂ ਟਿਕਟ ਬੁੱਕ ਕਰ ਪਾ ਰਿਹਾ, ਤੇ ਜੇ ਕੋਈ ਬੁਕਿੰਗ ਕਰ ਵੀ ਰਿਹਾ ਹੈ ਤੇ ਕੋਈ ਕਨਫਰਮੇਸ਼ਨ ਨਹੀਂ ਹੈ, ਕੋਈ ਕਲੈਰਿਟੀ ਨਹੀਂ ਹੈ। ਐਂਡ ਮਾਰਚ 9 ਨੂੰ ਇਹਨਾਂ ਦੀ ਜੁਆਇਨਿੰਗ ਸੀਗੀ ਅਬੂ ਧਾਬੀ, ਲੇਕਿਨ ਅੱਜ ਮਾਰਚ 12 ਹੋ ਚੁੱਕੀ ਹੈ, ਤੇ ਟਿਕਟ ਦੀ ਕਨਫਰਮੇਸ਼ਨ ਤਾਂ ਕੀ ਆਣੀ ਹੈ? ਮਤਲਬ ਉਹਨਾਂ ਨੂੰ ਕਲੈਰਿਟੀ ਹੀ ਨਹੀਂ ਹੈ ਕਿ ਗਾਹਾਂ ਜੌਬ ਜੁਆਇਨ ਕਦੋਂ ਕਰਨਗੇ, ਤਾਂ ਇਹ ਪੋਸੀਬਿਲਿਟੀ ਹੈ ਵੀ ਕਿ ਨਹੀਂ ਹੈ। ਜੀ। ਕੁਸੁਮ ਜੀ, ਹੋਰ ਕਿੰਨੇ ਇੱਕ ਪਰਿਵਾਰ ਨੇ ਜਿਹੜੇ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਤੁਸੀਂ ਆਏ ਹੋ, ਜਿਨ੍ਹਾਂ ਨੇ ਆਪਣੀਆਂ ਕਹਾਣੀਆਂ ਤੁਹਾਨੂੰ ਦਸੀਆਂ, ਕਿ ਜਿਹੜੇ ਹਾਲੇ ਵੀ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਟਕ ਨੇ? ਜੀ, ਮੋਸਟ ਜਿਹੜੀ ਫੈਮਲੀਜ਼ ਨੂੰ ਮੈਂ ਮਿਲੀ ਆ ਰੀਸੈਂਟ ਟਾਈਮ 'ਚ, ਉਹ ਤਕਰੀਬਨ ਸਾਰੇ ਜਣੇ ਯੂਕੇ ਵਾਲੇ ਨੇ। ਜਿੱਦਾਂ ਇੱਕ ਹੋਰ ਫੈਮਲੀ ਇੱਥੇ, ਉਹ ਮਤਲਬ ਕਿ 4 ਜਣੇ ਆਏ ਹੋਏ ਨੇ, ਉਹ ਵੈਡਿੰਗ ਲਈ ਆਏ ਸੀਗੇ, ਤੇ ਉਹਨਾਂ ਦੀ ਵਾਪਸੀ ਵੀ ਮੇਰੇ ਖਿਆਲ 3 ਜਾਂ 4 ਮਾਰਚ ਦੀ ਸੀਗੀ। ਬਟ ਸੇਮ ਪ੍ਰੋਬਲਮ, ਕਿਉਂਕਿ 28 ਫਰਵਰੀ ਨੂੰ ਫਿਰ ਜੋ ਜੰਗ ਲੱਗ ਗਈ, ਉਸ ਤੋਂ ਬਾਅਦ ਫਲਾਈਟ ਸਾਰੀਆਂ ਕੈਂਸਲ ਹੋ ਗਈਆਂ, ਤੇ ਉਹ ਵੀ ਰੁਕੇ ਹੋਏ ਨੇ। ਤੇ ਮੇਰੀ ਉਹਨਾਂ ਨਾਲ ਕੱਲ ਸਵੇਰੇ ਹੀ ਗੱਲ ਹੋਈ ਸੀਗੀ, ਤੇ ਉਹ ਦੱਸ ਰਹੇ ਸੀ ਕਿ 21 ਮਾਰਚ ਦੀ ਉਹਨਾਂ ਦੀ 에ਅਰ ਇੰਡੀਆ ਦੀ ਫਲਾਈਟ ਤਾਂ ਬੁਕਿੰਗ ਤਾਂ ਹੋਈ है, बट अगेन कंफर्मेशन नहीं है। अब जैसे डायरेक्ट फ्लाइट होगा, जो आप कह रहे हैं एयर इंडिया वाली फ्लाइट तो आमतौर पर डायरेक्ट जाती है, लेकिन क्योंकि अब पूरा गल्फ का एयर स्पेस खतरनाक हो जी। चुका है, तो फिर इसीलिए लंबा रूट पड़ जाएगा। अगर किसी और तरीके से गए तो फिर उसी वजह से अभी शायद कीमतें भी बहुत ज़्यादा हो गई है, नहीं टिकटों की? जी, जी। ये आप गुरदीप जी से इस बारे में जी जानिए, जी वो ज़रूर आपको जी। बता जी गुरदीप सिंह जी, सकते प्लीज़ तुसी दसो कि ये जो टिकटें हैं कि क्या बहुत ज़्यादा आउट ऑफ रीच हो गई हैं, और डायरेक्ट फ्लाइट्स क्या मिल पा रहे हैं आपको या नहीं मिल पा रहे हैं? सर, डायरेक्ट फ्लाइट तो कोई नहीं है, लेकिन जो फ्लाइट मिलती है 2 लाख का टिकट मिल रहा है। 2 लाख का। जी। 2 लाख। तो ये दिल्ली से लंदन या अमृतसर से लंदन? नहीं, अमृतसर से नहीं, दिल्ली से मिल रहा है, दिल्ली दिल्ली से, से। हाँ हाँ। दिल्ली टू मैनचेस्टर। दिल्ली टू मैनचेस्टर। जी, वाओ। जी, जी। और आमतौर पे उसका कितना होता है? 30-40 हज़ार होता होगा शायद? सिंगल टिकट का इतना होगा 50-55 हज़ार। 50-55 हज़ार। अच्छा। जी। जी। वाओ। और अभी जो 2 सिंगल लाख टिकट है ना एक साइड का, हाँ। जी।
ਨੈਟਵਰਕ ਖਤਮ ਹੋ ਗਿਆ। ਤੇ ਗੁਰਦੀਪ ਜੀ ਅਗਾਂਹ ਤੁਸੀਂ ਕੀ ਹੈਲੋ ਸੋਚਦੇ ਹੋ ਹੈਲੋ ਕਿ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਹੈਲੋ ਇਸ ਮਸਲੇ ਨੂੰ ਹੱਲ ਕੀਤਾ ਜਾਵੇ? जी। नेट की इशू ਨਹੀਂ हो ਮੈਨੂੰ नहीं, ਲੱਗਦਾ नहीं, ਜੀ आई थिंक कुसुम जी, क्या आप सुन पा रही हैं आप? हेलो हाँ, आप सुन पा रही हैं? हेलो? ਨਹੀਂ ਮੈਨੂੰ ਲੱਗਦਾ ਜੀ ਕੁਛ ਨਾ हाँ, कुछ आई ਜਿਹੜਾ थिंक कुछ इशू हो गया। हम दोबारा से जोड़ते हैं इनको, कोशिश करते हैं जी जोड़ने की, लेकिन बात बहुत अहम कह गई है वैसे। कुसुम जी, क्या आप हमें सुन पा रही हैं? हाँ जी आपकी हाँ, आवाज आ रही है यस ठीक है, ठीक है। मैं जाना चाहूंगा परमजीत जी, तुसी सुन पा रहे हो क्या? परमजीत जी? परमजीत जी हाँ जी, सुन रहे हैं। ਤੁਹਾਨੂੰ ਆਵਾਜ਼ ਆ ਰਹੀ ਹੈ हाँ, ਤੁਹਾਡੀ आवाज आ रही है कुसुम। नहीं, हाँ नहीं, जी एक लेकिन सवाल सरी वालों की आवाज आ रही है क्या, कनाडा वालों की? ये पूछिए। ਤੁਹਾਨੂੰ ਰੇਡੀਓ ਤੋਂ ਆਵਾਜ਼ ਆ ਰਹੀ ਹੈ ਜੋ ਸਵਾਲ ਪੁੱਛ ਰਹੇ ਨੇ रेडियो तो कोई आवाज नहीं आ रही मैंने। ओहो, ये क्या हो गया भाई? तो कोई बात नहीं, ये हम तो ये आप हाँ, वो हम रेडियो तो आवाज आ ही नहीं रही। अब कुसुम जी ऐसा करते हैं, हम लोग सवाल पूछ देते हैं आपसे, आप उनको बता जी दीजिएगा, ठीक है ना? बिल्कुल बिल्कुल लवी जी के जी पास एक सवाल है आपसे पूछने के लिए, परमजीत जी। ਜੀ ਬਿਲਕੁਲ ਜੀ जी ਪਰਮਜੀਤ ਜੀ ਨੂੰ ਇਹ ਤੁਸੀਂ ਜ਼ਰੂਰ ਪੁੱਛੋ ਕਿ ਇਸ ਸਾਰੀ ਕਾਸੀ ਇਨਸੀਡੈਂਟ ਜਿਹੜੀ ਸੀਕੁਐਂਸ ਹੋਈ ਆ ਉਹਨਾਂ ਦਾ ਨਾ ਜਾਣਾ, ਨੌਕਰੀ ਦਾ ਜਿਹੜਾ ਉਹਨਾਂ ਨੂੰ ਇੱਕ ਮੌਕਾ ਮਿਲਿਆ ਸੀ ਉਹਨੂੰ ਗਵਾ ਲੈਣਾ, ਇਸ ਦੇ ਨਾਲ ਉਹਨਾਂ ਦੇ ਜੀਵਨ ਤੇ ਕੀ ਅਸਰ ਪਿਆ? ਤਾਂ ਫਿਰ ਕੀ ਲੱਗਦਾ ਕਿ ਹੁਣ ਦੁਬਾਰਾ ਉਹ ਆਬੂ ਧਾਬੀ ਜਾਣ ਦਾ, ਉੱਥੇ ਨੌਕਰੀ ਕਰਨ ਦਾ ਸੁਪਨਾ ਪੂਰਾ ਕਰ ਸਕਦੇ ਆ? ਪਰਮਜੀਤ ਜੀ ਉਹ ਪੁੱਛ ਰਹੇ ਨੇ ਕਿ ਜਿਵੇਂ ਤੁਸੀਂ ਰਿਕੁਆਇਰਡ ਟਾਈਮ ਤੇ ਆਪਣੀ ਕੰਪਨੀ ਨਹੀਂ ਜੁਆਇਨ ਕਰ ਸਕੇ ਔਰ ਤੁਸੀਂ ਨਵੀਂ ਜਗ੍ਹਾ ਨੌਕਰੀ ਲੱਭੀ ਸੀਗੀ ਤੇ ਉਸ ਦਾ ਤੁਹਾਡੇ ਤੇ ਕਿੰਨਾ ਪ੍ਰੈਸ਼ਰ ਹੈ ਤੁਸੀਂ ਤੁਹਾਡੇ ਵਾਸਤੇ ਕਿੰਨਾ ਕਿ ਕੰਸਰਨ ਦਾ ਇਸ਼ੂ ਹੈ ਔਰ ਕੀ ਹੁਣ ਤੁਸੀਂ ਮਤਲਬ ਕਿ ਦੁਬਾਰਾ ਕੰਪਨੀ ਨਾਲ ਕੋਈ ਰਾਬਤਾ ਕਾਇਮ ਕੀਤਾ ਕਿ ਤੁਸੀਂ ਕਦੋਂ ਜੁਆਇਨ ਕਰ ਸਕੋ ਜਾਂ ਤੁਸੀਂ ਇਸ ਨੂੰ ਲੈ ਕੇ ਕਿੰਨਾ ਕੁ ਪਰੇਸ਼ਾਨ ਹੋ ਮੈਂ ਬਹੁਤ ਜ਼ਿਆਦਾ ਡਿਸਟਰਬ ਇਸ ਟਾਈਮ। ਮੈਂ ਉਹਨਾਂ ਨੂੰ ਮੇਲ ਉਹ ਮੈਨੂੰ ਮੇਲ ਕਰ ਰਿਹਾ ਜਲਦੀ ਆਓ ਜਲਦੀ ਆਓ ਜਲਦੀ ਆਓ ਤੇ ਨਹੀਂ ਤਾਂ ਉਹ ਦੂਸਰਾ ਆਦਮੀ ਕੋਈ ਇੱਦਾਂ ਮਤਲਬ ਵੀ ਹੈਕ ਕਰ ਲੈਣਗੇ। ਹੂੰ ਹੂੰ मैं सफर कर रहे थे मैं ईमेल कर रहे हैं सब प्लीज होल्ड फॉर सम टाइम ਹੂੰ थोड़ा इशू सॉल्व होने दो जिद्दां इशू सॉल्व ਹੁੰਦਾ आई बुक माई टिकट एंड कम एज सुन एज ਤੇ ਬਟ ਉਹ ਮੈਨੂੰ ਫਿਰ ਮੇਲ ਕਰਦੇ ਆ ਮੈਨੂੰ ਫੋਨ ਕਾਲਸ ਆ ਰਹੀਆਂ ਮੇਰੇ ਮੈਨੇਜਰ ਜਿਹਨੇ ਮੈਨੂੰ ਹਾਇਰ ਕੀਤਾ ਉਹ ਮੈਨੂੰ ਕਾਲ ਕਰ ਰਿਹਾ ਪਰਮਜੀਤ ਤੂੰ ਕਿਉਂ ਨਹੀਂ ਆ ਰਿਹਾ ਕੀ ਪ੍ਰੋਬਲਮ ਹੈ ਮੈਂ ਸਿਚੁਏਸ਼ਨ ਦੱਸ ਰਿਹਾ ਉਹ ਮਤਲਬ ਕਿ ਸਿਚੁਏਸ਼ਨ ਨੂੰ ਅੰਡਰਸਟੈਂਡਿੰਗ ਨਹੀਂ ਕਰ ਰਹੇ ਹੂੰ ਤੇ ਇਸ ਵੇਲੇ ਰੀਲੀ ਮੈਂ ਬਹੁਤ ਬੜੀ ਪ੍ਰੋਬਲਮ ਚ ਇਸ ਵੇਲੇ ਜੀ ਕੁਛ ਹੋ ਹੀ ਨਹੀਂ ਰਿਹਾ ਟਿਕਟਾਂ ਦਾ ਬਹੁਤ ਵੱਡਾ ਕੰਸਰਨ ਬਣ ਰਿਹਾ ਇਸ ਵੇਲੇ ਕਿਸੇ ਪਾਸੋਂ ਵੀ ਕੋਈ ਹੋਪ ਨਹੀਂ ਆ ਰਹੀ ਕਿ ਹਾਂ ਵੀ ਮੇਰੀ ਟਿਕਟਾਂ ਕਦੋਂ ਇਹ ਰਿਜ਼ਿਊਮ ਕਰਨੀਆਂ ਫਲਾਈਟ ਕਦੋਂ ਰਿਜ਼ਿਊਮ ਹੋਣੀਆਂ ਕੁਛ ਜੀ ਵੀ ਕੋਈ ਖਬਰ ਨਹੀਂ ਹੈਗੀ ਇਸ ਵੇਲੇ हम्म ਤੇ ਆਈ ਡੋਨਟ ਨੋ ਦਿਸ ਜੋਬ ਆਈ ਵਿਲ ਸੇਵ ਦਿਸ ਜੋਬ ਔਰ ਵਾਟ ਟੂ ਡੂ कुसुम जी, एक सवाल है, मैं पूछना ਮੈਂ चाहूंगा। ਬਹੁਤ ਜ਼ਿਆਦਾ ਪ੍ਰੈਸ਼ਰ ਚ ਹਾਂ ਇਸ ਵੇਲੇ ਹਾਂਜੀ ਮੈਨੂੰ ਹਾਂਜੀ ਡੇਲੀ ਇੱਕ ਮੇਲ ਆਉਂਦੀ ਹੈ ਇੱਕ ਕਾਲ ਕਰਦੇ ਐਚਆਰ ਕਾਲ ਕਰ ਰਿਹਾ ਜਿਹਨੇ ਮੈਨੂੰ ਹਾਇਰ ਕੀਤਾ ਉਹ ਕਾਲ ਕਰ ਰਿਹਾ ਬਾਰ-ਬਾਰ ਪਰ ਤੁਮ ਦੋ ਮਹੀਨੇ ਤੋਂ ਪ੍ਰੋਸੈਸ ਚੱਲ ਰਿਹਾ ਠੀਕ ਹੈ ਇਹ 2 ਮਹੀਨੇ ਹੋ ਗਏ ਮੈਨੂੰ ਇੰਟਰਵਿਊ ਦਿੱਤਿਆਂ ਨੂੰ ਜੀ ਜੀ ਐਟਲੀਸਟ ਤੇ ਓਕੇ 2 ਮਹੀਨੇ ਹੋਣ ਤੋਂ ਬਾਅਦ ਵੀ ਹੁਣ ਮੈਂ ਜਾਣ ਦਾ ਟਾਈਮ ਸੀ ਤਾਂ ਹੁਣ ਆ ਟੈਨਸ਼ਨ ਜੀ ਜੀ ਪਰਮਜੀਤ ਜੀ ਬਹੁਤ ਹੋਰ ਇੱਕ ਹੋਰ ਸਵਾਲ ਤੁਹਾਨੂੰ ਪੁੱਛਣਾ ਹੈ ਇੱਕ ਸੈਕਿੰਡ ਤੁਸੀਂ ਥੋੜਾ ਵੇਟ ਕਰਿਓ ਹਾਂਜੀ ਮਨੀ ਜੀ जी जी, वो मैं ये जानना चाह रहा हूँ कि देखिए, अब उस पूरे खत्ते में जंग के हालात हैं, कोई महफूज नहीं है। रिपोर्टें आ रही हैं कि लोग तो दुबई से भी निकलने की कोशिश कर रहे हैं, कतर से निकलने की कोशिश कर रहे हैं, अबू धाबी में भी क्या वैसे ही हालात हैं। तो इनको खौफ नहीं है कि नौकरी तो चलिए वो अलग बात है, लेकिन जिस तरह से ईरान के मिसाइलें वहाँ पे दागी जा रही हैं, जान पे भी बात बना सकती हैं। ਪਰਮਜੀਤ ਜੀ ਉਹ ਪੁੱਛ ਰਹੇ ਨੇ ਕਿ ਜਿਸ ਤਰੀਕੇ ਨਾਲ ਈਰਾਨ ਰੋਜ਼ ਉੱਥੇ ਮਿਜ਼ਾਈਲਾਂ ਸਿੱਟ ਰਿਹਾ ਹੈ ਤੇ ਇੰਨੀ ਲੜਾਈ ਦੇ ਹਾਲਾਤ ਬਣੇ ਹੋਏ ਨੇ ਤੇ ਕੀ ਤੁਹਾਨੂੰ ਮਤਲਬ ਕਿ ਜਿਵੇਂ ਕਹ ਲਓ ਕਿ ਲੋਕਾਂ ਨੂੰ ਜਾਨ ਦਾ ਫਿਕਰ ਪਿਆ ਹੈ ਲੋਕੀ ਦੁਬਈ ਤੋਂ ਭੱਜ ਰਹੇ ਨੇ ਕਤਰ ਤੋਂ ਵਾਪਸ ਆ ਰਹੇ ਨੇ ਤੁਸੀਂ ਇਸ ਹਾਲਾਤ ਵਿੱਚ ਦੁਬਾਰਾ ਉੱਥੇ ਨੌਕਰੀ ਜੁਆਇਨ ਕਰਨ ਦੀ ਗੱਲ ਕਰ ਰਹੇ ਹੋ ਤੇ ਕੋਈ ਡਰ ਨਹੀਂ ਹੈ ਮਨ 'ਚ ਜਾਂ ਕੀ ਲੱਗ ਰਿਹਾ ਕਿ ਨੌਕਰੀ ਜੁਆਇਨ ਕਰਨੀ ਕਿਸੇ ਵੀ ਹਾਲਤ 'ਚ ਜ਼ਰੂਰੀ ਹੈ ਨੌਕਰੀ ਜੁਆਇਨ ਕਰਨੀ ਜ਼ਰੂਰੀ ਹੈ ਫਸਟ ਆਫ ਆਲ ਸਾਡੀ ਇੱਕ ਰੋਟੀ ਰੋਜੀ ਆ ਜੀ ਬਿਲਕੁਲ ਠੀਕ ਹੈ ਤੇ ਜਿਹੜੀ ਇਸ ਵੇਲੇ ਪ੍ਰੋਬਲਮ ਇਸ਼ੂ ਚੱਲਦਾ ਪਿਆ ਹੈ ਤੇ ਜ਼ਿਆਦਾ ਚਿਰ ਨਹੀਂ ਰਹਿਣਾ ਚਾਹੀਦਾ ਆਈ ਥਿੰਕ ਸੋ ਮਤਲਬ ਕਿ ਇਹਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਮਤਲਬ ਸੋਲਵ ਹੋ ਜੇ ਜੀ ਜੰਗ ਛੇਤੀ ਤਾਂ ਬੰਦ ਆਲਰੇਡੀ ਹਾਂ ਜੰਗ ਛੇਤੀ ਬੰਦ ਹੋ ਜੇ ਮੈਂ ਤਾਂ ਕਾਫੀ ਟਾਈਮ ਤੋਂ ਮੈਨੂੰ 14 ਸਾਲ ਤੋਂ ਮਿਡਲ ਈਸਟ ਦੇ ਵਿੱਚ ਕੰਮ ਕਰ ਰਿਹਾ ਆਪਾਂ ਓਕੇ
ਤੇ ਹੁਣ ਸਾਨੂੰ ਆਪਾਂ ਉੱਧਰ ਦੇ ਐਡਿਕਟਡ ਹੋ ਗਏ ਉਸ ਹਿਸਾਬ ਨਾਲ ਕੰਮ ਕਰਨ ਦੇ ਨਾ, ਆਪਾਂ ਨੂੰ ਜਾਣਾ ਹੀ ਪੈਣਾ, ਕੋਈ ਆਪਸ਼ਨ ਨਹੀਂ ਹੈਗੀ ਆਪਣੇ ਕੋਲ। ਜੀ 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 ਤੇ ਜਿੱਦਾਂ ਹੀ ਟਿਕਟ ਮਿਲਦੀ ਹੈ ਆਪਾਂ ਨੂੰ ਜਾਣਾ ਹੀ ਪੈਣਾ। ਬਸ ਮੈਂ ਵੇਟ ਕਰ ਰਿਹਾ ਕਿਸ ਵੇਲੇ ਫਲਾਈਟ ਸਟਾਰਟ ਹੋਣ ਤਾਂ ਆਪਾਂ ਟਿਕਟ ਬੁੱਕ ਕਰੀਏ ਤੇ ਆਪਣੀ ਜੋਬ ਕਰ ਸਕੀਏ ਜਾ ਕੇ। ਜੀ बस जी उससे वेट चाहिए मैं, देखो कब तक ये मतलब कि इशू सॉल्व होंगे। ठीक है जी। एतिहाद तो अबू धाबी का है एयरलाइन, क्या एतिहाद से कोई बात हो पाई है? क्या वो कोई फ्लाइटें वो दे पा रहा है? ਪਰਮਜੀਤ ਜੀ ਜਿਵੇਂ ਇਤਿਹਾਦ ਜੋ ਹੈ ਉਹ ਅਬੂ ਧਾਬੀ ਦੀ ਹੀ ਫਲਾਈਟ ਹੈ, ਕੋਈ ਉਹਨਾਂ ਨੂੰ ਤੁਸੀਂ ਅਪਰੋਚ ਕੀਤੀ ਉਹਨਾਂ ਦੇ ਆਫਿਸ ਵਿੱਚ ਕਿ ਉਹੀ ਕੋਈ ਟਿਕਟਾਂ ਦੀ ਕੋਈ ਬੁਕਿੰਗ ਦੱਸ ਸਕਣ, ਕੋਈ ਫਲਾਈਟਾਂ ਜਾ ਰਹੀਆਂ ਹੋਣ? नहीं अप्रोच नहीं की थी मैं, इंडिगो ਹੂੰ एयरवेज ਹੂੰ ਤੇ ਇਹਨਾਂ ਨਾਲ ਕੰਟੈਕਟ ਕੀਤਾ ਸੀ, ਉਹਨਾਂ ਦੀਆਂ ਫਲਾਈਟਸ ਅਵੇਲੇਬਲ ਨਹੀਂ। ਜੀ ਓਕੇ ਇੱਕ ਮੇਰੀ ਏਜੰਟ ਨਾਲ ਗੱਲ ਹੋਈ ਸੀ, ਉਹ ਕਹਿ ਰਹੇ ਸੀ ਕਿ ਆਫਟਰ 15 ਮਤਲਬ ਕਿ ਫਲਾਈਟ ਸਟਾਰਟ ਹੋਣੀ ਹੈ ਦਿੱਲੀ ਤੋਂ, ਐਦਾਂ ਮੈਨੂੰ ਦੱਸ ਰਿਹਾ ਸੀਗਾ, ਬਟ ਸ਼ੋਰ ਨਹੀਂ ਜੀ ਜੀ ਓਕੇ ਉਹ ਕਦੋਂ ਮਤਲਬ ਕਿ ਇਹ ਕਰਦੇ ਆ ਸ਼ੁਰੂ ਕੰਮ ਤੋਂ। जी जी ठीक है परमजीत जी। थैंक यू हाँ जी थैंक यू थैंक यू कुसुम जी, बहुत शुक्रिया। ठीक है। हमारे दोनों के इनफैक्ट हम क्योंकि यहाँ पे बैठ के ना बहुत बार पता नहीं चलता है कि वहाँ के लोगों के साथ क्या हो रहा है। जी। अब परमजीत जी, जी गुरदीप जी और एंजल साहिबा की बातें सुन के लग रहा है कि वाकई में ये बहुत बड़ी बात है कि हमें तो चलिए 2 ही फैमिलीज मिले हैं, और भी बहुत जी। लोग होंगे नहीं आपके वहाँ पे इर्द गिर्द पिंडों में? हाँ जी या बिल्कुल काफी, जैसे मैंने बताया कि एक और जो फैमिली है वो यहाँ वेडिंग के लिए आए थे, तो वो चारों जने पूरी फैमिली आई हुई है, मदर फादर 2 सन्स, वो सारे जने आए हैं। पीछे उनका वहाँ पे लंदन में बिजनेस है, तो वो बिजनेस भी बंद पड़ा है। ये जो गुरदीप जी आए हुए हैं, इनका बेटा वहीं पर बर्मिंघम में है, तो रोज रात को उसकी भी कॉल्स आ रही हैं, वो वहाँ पे अकेला है, ये तीनों यहाँ पे हैं, तो ये भी परेशान है, वो वहाँ परेशान है। और इनफैक्ट गुरदीप जी की कंपनी के और बहुत सारे लोग जो हैं वो भी छुट्टी आए हुए थे, वो सभी फंसे हुए हैं। जी हम्म हाँ जी बहुत बड़ा इशू है। जी लेकिन बहुत शुक्रिया गुरदीप जी, परमजीत जी, एंजल जी और कुसुम जी, आपका भी बहुत शुक्रिया कि आपने हमने आज पहला एक्सपेरिमेंट किया कि हम आपके ज़रिए ही फिर बाकियों से हम कनेक्ट हो गए। और जी हमारे सुनने वाले मेट्रो वैंकूवर और यहाँ से भी आगे जो ऐप के ज़रिए, वेबसाइट के ज़रिए हमें सुन रहे हैं अभी, हम जी अब शुक्रिया अदा करना चाहेंगे सबके बिहाफ पे, आप सभी का बहुत शुक्रिया, आपने ये फैसिलिटेट किया इस थैंक यू conversation। जी, बहुत बहुत शुक्रिया। थैंक यू Thank you so Thank you. much. जी Thank जी you. Thank you. बहुत शुक्रिया, थैंक यू वेरी मच। थैंक यू। दोस्तों, ये भारत से जुड़ रहे थे कुसुम अरोड़ा, गुरदीप सिंह, एंजल और परमजीत सिंह। आपने सुना किस तरह से वो फंसे हुए हैं। परमजीत जी की बात बहुत अहम थी कि हाँ जी। 14 साल गल्फ में गुजारे हैं, अब जी नहीं लगता है कहीं और, यहीं पे गुजारा करना है, जंग हो चाहे कुछ और हो। ਮਨੀ ਜੀ ਉੱਥੇ ਇੱਕ ਕਾਰਨ ਇਹ ਵੀ ਆ, ਹਾਂ। ਕਿਉਂਕਿ ਆਪਾਂ ਚਾਹੇ ਆਪਾਂ ਸਾਰੇ ਭਾਰਤ ਦੇ ਜੰਮੇ ਆ, ਉਸ ਮਿੱਟੀ 'ਚੋਂ ਆਪਾਂ ਆਏ ਆ, ਪਰ ਫਿਰ ਵੀ ਰੁਜ਼ਗਾਰ ਦੇ ਉੱਥੇ ਚਾਂਸਸ ਬਹੁਤ ਲਿਮਿਟਡ ਚਾਂਸਸ ਆ। ਹਰ ਕੋਈ ਇੰਨਾ ਖੁਸ਼ਨਸੀਬ ਨਹੀਂ ਹੁੰਦਾ ਕਿ ਉਹਨੂੰ ਬਿਨਾਂ ਕੋਸ਼ਿਸ਼ ਕੀਤੇ ਕੁਛ ਨਾ ਕੁਛ ਰੁਜ਼ਗਾਰ ਮਿਲ ਜੇ। ਹਾਂ। ਹੁਣ ਜਦੋਂ ਪਰਮਜੀਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਤਾਂ ਮੈਂ ਉਸ ਵਕਤ ਇਹੀ ਸੋਚ ਰਹੀ ਸੀ ਕਿ ਰੋਜ਼ੀ ਰੋਟੀ ਜਾਨ ਤੋਂ ਜ਼ਿਆਦਾ ਕਈ ਵਾਰੀ ਪਿਆਰੀ ਹੁੰਦੀ ਆ, ਕਿਉਂਕਿ ਜਦੋਂ ਤੁਸੀਂ ਪਰਿਵਾਰ ਦੇ ਮੁਖੀ ਹੁੰਦੇ ਹੋ ਤਾਂ ਫਿਰ ਤੁਹਾਡੇ ਉੱਤੇ ਹੋ ਸਕਦਾ 4 ਜੀ ਹੋਰ ਡਿਪੈਂਡੈਂਟ ਹੁੰਦੇ ਆ, ਤੁਹਾਡੇ ਮਾਪੇ ਵੀ ਡਿਪੈਂਡੈਂਟ ਹੁੰਦੇ ਆ, ਉਹਨਾਂ ਦੀ ਦਵਾਈ ਬੂਟੀ ਦਾ ਇੰਤਜ਼ਾਮ ਕਰਨਾ, ਬੱਚਿਆਂ ਦੇ ਸਕੂਲਿੰਗ ਦਾ, ਉਹਨਾਂ ਦੇ ਭਵਿੱਖ ਦੇ ਬਾਰੇ ਕੁਛ ਨਾ ਕੁਛ ਸੋਚਣਾ, ਪਰਿਵਾਰ ਦੀ ਰੋਜ਼ੀ ਰੋਟੀ ਕਿਸ ਤਰ੍ਹਾਂ ਚੱਲਣੀ ਆ। ਸੋ ਕਈ ਵਾਰੀ ਪਰਿਵਾਰ ਦੇ ਜਿਹੜੇ ਮੁੱਖ ਤੁਸੀਂ ਅਰਨਰ ਹੁੰਦੇ ਹੋ, ਇਨਕਮ ਅਰਨਰ ਹੁੰਦੇ ਹੋ, ਉਹਦੇ ਹੋਣ ਦੇ ਨਾਤੇ ਕਈ ਵਾਰੀ ਫਿਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ, ਜਿਸ ਤਰ੍ਹਾਂ ਪਰਮਜੀਤ ਜੀ ਨੇ ਆਖਿਆ ਸੀ, ਸਾਨੂੰ ਸਭ ਨੂੰ ਇਹੀ ਹੁੰਦਾ ਕਿ ਕਿਉਂ ਨਾ ਅਸੀਂ 4 ਪੈਸੇ ਕਮਾ ਕੇ ਆਪਣੇ ਪਰਿਵਾਰ ਦੀ ਜ਼ਿੰਦਗੀ ਖੁਸ਼ਹਾਲ ਬਣਾਈਏ। सो बड़ी स्थिति है, गंभीर स्थिति है, सोचने वाली स्थिति है। इससे भी एक और बात मैं कहना चाहूँगा दोस्तों। देखिए, इस वाक़ये से हमने तो आपको छोटा सा एक दृश्य दिखाया है जिसमें 2 अलग अलग फैमिलीज़ के लोग बता रहे हैं कि उनके साथ क्या गुजरी है। आप सोचिए, मैं आंकड़ों के ज़रिए अगर ये बात करूँ कि 1 करोड़ भारतीय लोग पूरे वेस्ट एशिया में रहते हैं, या जो मिडल ईस्ट आप कहते हैं उसमें रहते हैं, सऊदी अरेबिया में हैं, दुबई में हैं, कई जगह तो लोकल पॉपुलेशन से भी ज़्यादा तादाद में भारतीय मूल के लोग रहते हैं। ये अब वहाँ का डेमोग्राफिक है, और ये लोग चलिए वहाँ के शहरी तो नहीं है, लेकिन जैसे परमजीत जी ने कहा 14 साल गुजारने के बाद तो अपना ही बन जाता है। हमारे उत्तर भारत में एक कहावत है,
12 साल साथ रहो तो नमक खून में मिल जाता है। हम्म तो आप देखिए कि अब इतने लंबे टाइम के बाद वहां से वापस आना आसान तो नहीं है। कुछ भी होता है, लोगों को वापस आना पड़ता है या कहीं फंसे रह जाते हैं, इससे किसी का अच्छा नहीं होता। ये सीख उन लोगों के लिए भी है जो जब भी सोशल मीडिया पे मैं देखता हूँ कुछ भी ऐसा किसी मुसलमान प्रधान देश में कुछ इस तरह का होता है, लोग खुशियां मनाने लगते हैं। अरे देखिए जिहादी है, ये है, वो है। आप सोचिए कितने हिंदुस्तानी लोग वहां पे रहते हैं। अगर उन सोसाइटीज़ में भारतीय मूल के लोगों के प्रति अगर नफरत पैदा हो जाएगी, क्योंकि भारत में जो है कुछ लोग इस तरह का जो कारनामा वो अंजाम देते हैं, तो फिर सोचिए क्या हो सकता है इन लोगों के साथ, हमारे अपने लोगों के साथ। इसीलिए मुझे लगता है रिस्पॉन्सिबल राजनीति भी होनी चाहिए और Absolutely. बातचीत भी रिस्पॉन्सिबल होनी चाहिए। ये कुछ एक एंड पे दुनिया के कुछ होता है, उसके असरात हम पर पड़ते हैं। यही वजह है इन देशों में जाकर के हमारे लोग काम करते हैं, वहां से रेमिटेंसेस आते हैं। फॉरेन रेमिटेंसेस का सबसे बड़ा स्रोत है वेस्ट एशिया, वहां से सबसे ज्यादा पैसा भारत की तरफ जाता है। यही लोग, परमजीत जी जैसे लोग भेजते हैं अपने अपने घरों में, अपने अपने वतन में। ये अगर बंद हो जाए तो फिर आपके देश की इकोनॉमी का क्या हाल होगा, ये भी समझने की ਜ਼ਰੂਰਤ ਹੈ। ਐਬਸੋਲੂਟਲੀ। ਤੇ ਉੱਥੇ ਮਨੀ ਜੀ ਇੱਕ ਇਹ ਵੀ ਫੈਕਟ ਆ, ਜਿਸ ਤਰ੍ਹਾਂ ਹੁਣ ਆਪਾਂ ਗੁਰਦੀਪ ਜੀ ਨਾਲ ਗੱਲ ਕਰਦੇ ਸੀ, ਉਹਨਾਂ ਦੀ ਜਿਹੜੀ ਬੇਟੀ ਹੈ ਐਂਜਲ, ਹੁਣ ਉਹ ਆਪਣੇ ਭਵਿੱਖ ਲਈ ਬੜੀ ਚਿੰਤਤ ਆ, ਹਾਂ। ਕਿਉਂਕਿ ਇੰਗਲੈਂਡ ਦੀ ਬੌਰਨ ਰੇਜ਼ ਆ, ਉੱਥੇ ਯੂਨੀਵਰਸਿਟੀ ਦੇ ਵਿੱਚ ਜਾਂਦੀ ਆ। ਅੱਛਾ, ਫਿਰ ਜੇਬ ਦੇ ਵਿੱਚੋਂ ਫੀਸ ਭਰ ਕੇ ਉਹਨਾਂ ਨੇ ਆਪਣੀ ਪੜ੍ਹਾਈ ਅਗਾਂਹ ਸ਼ੁਰੂ ਕੀਤੀ ਹੋਈ ਆ। ਸੋ ਹੁਣ ਜਦੋਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਉਹਨਾਂ ਦੀ ਪੜ੍ਹਾਈ ਪੂਰੀ ਹੋਣੀ ਜਾਂ ਨਹੀਂ ਹੋਣੀ, ਇਹੋ ਜਿਹੇ ਹਾਲਾਤ ਦੇ ਵਿੱਚੋਂ ਦੀ ਉਹ ਲੰਘ ਰਹੇ ਆ, ਫਿਰ ਉਹਨਾਂ ਦੇ ਪਰਿਵਾਰ ਦਾ ਇੱਕ ਜੀ ਇੰਗਲੈਂਡ ਦੇ ਵਿੱਚ ਹੈ, ਉਹਨੂੰ ਕਿੰਨਾ ਫਿਕਰ ਹੋਣਾ ਵੀ ਮੇਰੇ ਮਾਪੇ ਗਏ ਆ, ਮੇਰੀ ਭੈਣ ਗਈ ਹੋਈ ਆ ਪੰਜਾਬ ਦੇ ਵਿੱਚ, ਪਤਾ ਨਹੀਂ ਕਦੋਂ ਮੁੜਨਾ। ਇਹਨਾਂ ਵਰਗੇ ਹੋਰ ਬਹੁਤ ਸਾਰੇ ਪਰਿਵਾਰ ਨੇ, ਜਿਸ ਤਰ੍ਹਾਂ ਇਹ ਆਪਣੀ ਅੱਖ ਦਾ ਜਿਹੜੀ ਅੱਖਾਂ ਦੀ ਨਿਗਾਹ ਦਾ ਇਲਾਜ ਕਰਾਉਣ ਆਏ ਹੋਏ ਸੀ ਕੈਨੇਡਾ ਭਰ ਤੋਂ ਵੀ, ਹੋਰ ਸਾਰੇ ਮੁਲਕਾਂ ਤੋਂ ਬਹੁਤ ਸਾਰੇ ਪੰਜਾਬੀ ਨੇ, ਬਹੁਤ ਸਾਰੇ ਭਾਰਤੀ ਨੇ ਜਿਹੜੇ ਭਾਰਤ ਦੇ ਵਿੱਚ ਜਾ ਕੇ ਕੋਈ ਨਾ ਕੋਈ ਹੈਲਥ ਟਰੀਟਮੈਂਟ ਲੈਂਦੇ ਆ। ਸੋ ਉਹਨਾਂ ਲਈ ਵੀ ਕਿੰਨੀ ਮੁਸ਼ਕਿਲ ਖੜੀ ਹੋ ਸਕਦੀ ਆ। ਤੇ ਉੱਥੇ ਨਾਲ ਨਾਲ ਬਹੁਤ ਸਾਰੇ ਪਰਿਵਾਰ ਨੇ ਜਿਹੜਾ ਆਪਣੀ ਖੁਸ਼ੀ ਮਨਾਉਣ ਵਾਸਤੇ ਪੰਜਾਬ ਕੁਛ ਚਿਰ ਵਾਸਤੇ ਗਏ ਹੋਣਗੇ। ਜਿਸ ਤਰ੍ਹਾਂ ਪਿੱਛੇ ਉਹਨਾਂ ਦੇ ਬਿਜ਼ਨਸ ਇਫੈਕਟ ਹੋ ਰਹੇ ਨੇ, ਉਹਨਾਂ ਦੇ ਆਪਣੇ ਕਾਰੋਬਾਰ ਇਫੈਕਟ ਹੋ ਰਹੇ ਨੇ, ਉਹ ਬੰਦ ਪਏ ਨੇ। ਆ ਕੇ ਇਹ ਆਫਸੈਟ ਉਹ ਕਿਸ ਤਰ੍ਹਾਂ ਮੈਨੇਜ ਕਰਨਗੇ, ਇਹ ਖੈਰ ਰੱਬ ਜਾਣਦਾ ਜਾਂ ਉਹ ਆਪ ਜਾਣਦੇ ਨੇ। ਪਰ ਇਹ ਹਾਲੇ ਲੱਗਦਾ ਕਿ ਸਥਿਤੀ ਗੰਭੀਰ ਨਹੀਂ, ਪਰ ਅਸੀਂ ਇਸ ਦਾ ਇੱਕ ਆਗਾਜ਼ ਦੇਖ ਸਕਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ बद ਤੋਂ बदतर हो सकती है। लवी जी, इसमें एक और बात है, और इसके बारे में बहुत बार हम बात नहीं करते, लेकिन बात करना ज़रूरी है कि आपने कितना फ्रीक्वेंटली आप इंडिया जाते हैं मुझे पता नहीं, लेकिन पहले एयर कनाडा की फ़्लाइट, डायरेक्ट फ़्लाइट यहाँ से दिल्ली जाती थी, वैंकूवर की। मैं ऑपरेट कर दी नहीं है जी, है ना। उस्तादों के सामने मैं उस्तादी कर रहा था, बताइए, मैं तो भूल गया हूँ। लवी जी बिल्कुल एयरलाइन में काम करके आई है, तो वो एयर कनाडा वाली फ्लाइट अब जाती नहीं है दिल्ली, डायरेक्ट फ्लाइट नहीं जाती है वैंकूवर की, क्योंकि 2022 में रूस और यूक्रेन की जंग के बाद जी जाना मुश्किल हो गया, एब्सोल्युटली है ना। जी। तो अब इजाजत सिर्फ मिली हुई है एयर इंडिया को, हाँ जी, कि वो रशियन फेडरेशन के ऊपर से वो उड़ सकता है, बाकी कोई वेस्टर्न देश का जहाज जाता नहीं है। तो ये एक बड़ा इशू है। तो इसीलिए दूसरा जो हमारा सस्ता रूट है, चलिए डायरेक्ट फ्लाइट्स बहुत महंगे हैं, दूसरा सस्ता जो रूट है वो होता है दुबई अबू धाबी के जरिए जी, जाके वहाँ पे थोड़ा सा लेओवर टाइम होता है, वहाँ से फिर आप जाके दिल्ली जा सकते हैं। पहला रूट बंद हो गया, अब दूसरा रूट भी बंद हो गया है जी। अब ये खर्चीला ही नहीं, खतरनाक भी हो गया है, क्योंकि उस एयर स्पेस से अगर आप जा नहीं पाएंगे तो फिर मतलब वो एक फ्लाइट रिस्क होता है मैसिव, क्योंकि जंग के दौरान पता नहीं चलता ना कौन सा जहाज किसका है। तो ये बहुत ही खतरनाक सिचुएशन से हम उभर रहे हैं, इसीलिए फ्लाइटें कैंसिल हैं। फ्लाइटें अगर कैंसिल है तो फिर नौकरियों पर बात आ गई है, और हम उम्मीद करते हैं कि जंग ख़त्म हो जाए जल्दी ही और वापस आवाजाही हो लोगों की। नहीं ਬਿਲਕੁਲ ਜੀ, ਕਿਉਂਕਿ ਨਾ ਮੈਨੂੰ ਮਨੀ ਜੀ ਕਦੇ ਕਦੇ ਲੱਗਦਾ ਹੁੰਦਾ ਕਿ ਜਿਹੜੀਆਂ ਨਾ, ਜਿਸ ਤਰ੍ਹਾਂ ਆਪਾਂ ਡਾਇਰੈਕਟ ਫਲਾਈਟਸ ਦਾ ਜ਼ਿਕਰ ਕਰਦੇ ਹਾਂ, ਇਹ ਕਿਤੇ ਨਾ ਕਿਤੇ ਮੈਨੂੰ ਪੋਲੀਟੀਕਲ ਲੱਗਦੀਆਂ ਹੁੰਦੀਆਂ ਚੀਜ਼ਾਂ, ਕਿ ਬਹੁਤ ਵੱਡਾ ਜਿਹੜਾ ਹਿੱਸਾ ਭਾਰਤੀਆਂ ਦਾ ਜਾਂ ਪੰਜਾਬੀਆਂ ਦਾ ਉਹ ਆਪਣੀ ਵੈਂਕੂਵਰ ਦੇ ਇਲਾਕੇ ਦੇ ਵਿੱਚ ਬੈਠਾ, ਪਰ ਹਾਲੇ ਤੱਕ ਅਸੀਂ ਸਰਕਾਰ ਤੱਕ ਇਹ ਆਵਾਜ਼ ਨਹੀਂ ਪਹੁੰਚਾ ਸਕੇ ਵੀ ਭਾਈ ਸਾਨੂੰ ਸਿੱਧੇ ਤੌਰ ਦੇ ਉੱਤੇ ਕੋਈ ਅੰਮ੍ਰਿਤਸਰ ਤੁਸੀਂ ਫਲਾਈਟ ਹੀ ਲਾ ਦਿਓ। ਇੱਕ ਵਾਰੀ ਥੋੜ੍ਹੀ ਜਿਹੀ ਆਵਾਜ਼ ਉੱਠੀ ਸੀਗੀ, ਪਰ ਫਿਰ ਉਹ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਦਬ ਗਈ। ਪਰ ਜਿਹੜੀਆਂ ਡਾਇਰੈਕਟ ਫਲਾਈਟਸ ਨੇ, ਕਿਉਂਕਿ ਮੇਰਾ ਆਪਣਾ ਤਜਰਬਾ ਰਿਹਾ ਕਈ ਸਾਲਾਂ ਦਾ, ਜਦੋਂ ਤੁਸੀਂ ਬਜ਼ੁਰਗਾਂ ਨੂੰ ਦੇਖਦੇ ਹੋ,
ਜਿਨ੍ਹਾਂ ਦੇ ਲਈ ਤੁਰਨਾ ਮੁਸ਼ਕਿਲ ਹੁੰਦਾ ਹੂੰ ਤੇ ਬਹੁਤ ਸਾਰੇ ਅਜਿਹੇ ਸੀਜ਼ਨਲ ਵਰਕਰ ਹੁੰਦੇ ਨੇ ਜਿਹੜੇ ਕੁਝ ਮਹੀਨੇ ਕੰਮ ਕਰਕੇ ਬਾਅਦ ਚੋਂ ਸੋਚਦੇ 2-4 ਮਹੀਨੇ ਅਸੀਂ ਪੰਜਾਬ ਦੇ ਵਿੱਚ ਹਾਂ ਜਾ ਕੇ ਰਹਿ ਲਈਏ। ਹੂੰ ਉਹ ਲੱਖ ਦੁਆਵਾਂ ਦਿੰਦੇ ਹੁੰਦੇ ਸੀ ਹੂੰ ਜਦੋਂ ਉਹਨਾਂ ਨੂੰ ਇਹ ਹੁੰਦਾ ਸੀ ਵੀ ਪਹਿਲੀ ਗੱਲ ਸਾਡੀ ਜ਼ੁਬਾਨ ਬੋਲਣ ਵਾਲਾ ਕੋਈ ਹੈ, ਹੂੰ ਦੂਸਰੀ ਗੱਲ ਉਹਨਾਂ ਨੂੰ ਇਹ ਹੁੰਦਾ ਸੀ ਕਿ ਅਸੀਂ ਜਹਾਜ਼ ਬਦਲਣਾ ਨਹੀਂ ਰਾਹ ਦੇ ਵਿੱਚ, ਹੂੰ ਕਿਉਂਕਿ ਉਹਨਾਂ ਲਈ ਬੜੀ ਮੁਸੀਬਤ ਵਾਲੀ ਇਹ ਗੱਲ ਹੋ ਜਾਂਦੀ ਆ ਕਿ ਜੇਕਰ ਭਾਵੇਂ ਛੋਟੇ ਟਾਈਮ ਸਪੈਨ ਵਾਸਤੇ ਜਰਨੀ ਬ੍ਰੇਕ ਕਰਨੀ ਆ, ਬਜ਼ੁਰਗਾਂ ਦੇ ਲਈ ਇੱਕ ਜਹਾਜ਼ ਦੇ ਵਿੱਚੋਂ ਉਤਰ ਕੇ ਦੂਸਰੇ ਜਹਾਜ਼ ਦੇ ਵਿੱਚ ਚੜ੍ਹਨਾ ਇਹ ਬਹੁਤ ਜ਼ਿਆਦਾ ਬਹੁਤ ਮੁਸ਼ਕਿਲ ਹੁੰਦਾ ਜ਼ਿਆਦਾ ਤੇ ਫਿਰ ਦੂਸਰੀ ਗੱਲ ਜਦੋਂ ਮਾਵਾਂ ਕਈ ਵਾਰੀ ਛੋਟੇ ਬੱਚਿਆਂ ਨੂੰ ਲੈ ਕੇ ਪੰਜਾਬ ਜਿਹੜੇ ਪਰਿਵਾਰ ਰਹਿੰਦੇ ਉਹਨਾਂ ਨੂੰ ਮਿਲਾਉਣ ਵਾਸਤੇ ਜਾਂਦੀਆਂ ਹੁੰਦੀਆਂ ਸੀ ਤੇ ਫਿਰ ਉਹਨਾਂ ਨੂੰ ਵੀ ਕਈ ਵਾਰੀ ਇਹ ਅਜਾਬ ਜਿਹਾ ਜਾਪਦਾ ਹੁੰਦਾ ਸੀ ਵੀ ਰੱਬ ਕਰੇ ਸਾਨੂੰ ਟੁੱਟਵੀਂ ਫਲਾਈਟ ਨਾ ਕਿਤੇ ਮਿਲ ਜੇ, ਹੂੰ ਰੱਬ ਕਰੇ ਸਾਨੂੰ ਡਾਇਰੈਕਟ ਫਲਾਈਟ ਠੀਕ ਪੈਸਿਆਂ ਦੇ ਵਿੱਚ ਵੀ ਮਿਲ ਜੇ ਤੇ ਪਰ ਉਹ ਸਿੱਧੀ ਹੋਵੇ, ਸਾਨੂੰ ਕਿਤੋਂ ਜਹਾਜ਼ ਨਾ ਬਦਲਣਾ ਪਵੇ। ਹੂੰ ਇਸੇ ਤਰ੍ਹਾਂ ਬਹੁਤ ਸਾਰੇ ਬਜ਼ੁਰਗ ਨੇ ਜਿਹੜੇ ਆਪਣੀ ਹੈਲਥ ਇਸ਼ੂਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਅਕਸਰ ਜਾਇਆ ਬਿਲਕੁਲ ਕਰਦੇ ਨੇ, ਉਹਨਾਂ ਲਈ ਵੀ ਇਹ ਬਹੁਤ ਵੱਡਾ ਇੱਕ ਕਹਿ ਲਈਏ ਵੀ ਹਰਡਲ ਬਣਿਆ ਹੁੰਦਾ ਸੀ ਬਿਲਕੁਲ ਕਿ ਹੁਣ ਅਸੀਂ ਵੀ ਕਿਤੇ ਇਦਾਂ ਨਾ ਹੋ ਜਾਏ ਵੀ ਸਾਨੂੰ ਡਾਇਰੈਕਟ ਫਲਾਈਟ ਦੇ ਵਿੱਚ ਸੀਟ ਨਾ ਮਿਲੇ। ਸੋ ਇਹ ਇੱਕ ਬਹੁਤ ਚੰਗੀ ਐਫਰਟ ਸੀ, ਪਰ ਹੁਣ ਅਨਫੋਰਚੂਨੇਟਲੀ ਜੀਓਪੋਲਿਟੀਕਲ ਸਰਕਮਸਟੈਂਸਸ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਅਸੀਂ ਸਾਰੀ ਇਸ ਦੌਰ ਦੇ ਵਿੱਚੋਂ गुजर रहे हैं जिथे अनसर्टेनिटी बहुत है। मैं अपना ज़ाती तजुर्बा मैं तो 2 मिनट टाइम ले रहा हूँ जी। इसमें, मैं अपना एक्सपीरियंस, क्योंकि आपने जो बुज़ुर्ग लोगों का जिक्र किया, मैं जिस फ़्लाइट में एयर कनाडा वाले फ़्लाइट में दिल्ली से आया था पहली बार, मेरे बगल में मैंने ले ली विंडो सीट, ठीक है ना, मेरे बगल में 80 से भी ज़्यादा उम्र वाले 2 बुज़ुर्ग जी पति पत्नी हैं, हम्म। और जो मर्द साहब थे वो आई थिंक 85 से भी ऊपर की एज होगी, यूरिन बैग लेकर के बैठे हुए थे। जी और मुझे इतनी शर्म आई कि मैं उठने के लिए जाऊं बाथरूम भी, तो मैं ज़्यादा टाइम मैंने कोशिश की, एक बार शायद मैं गया, लेकिन फिर वो व्हील चेयर लेकर के आए और अच्छे से, और कुछ उनको क्योंकि अंग्रेज़ी नहीं आती है, जी कोई प्रॉब्लम नहीं हुआ उनको, मैं समझ गया उनकी बात है, मैं इतनी ज़्यादा पंजाबी नहीं बोल सकता था उस टाइम पे, लेकिन मैं वही जो आप बात कह रहे थे मुझे याद आ गया कि ऐसे जंग के माहौल में आप सोचिए उन लोगों के साथ क्या होता जी होगा, कैसे जाएंगे वो, हम्म। आ गए फंसे हुए हैं, कैसे वापस जाएंगे, कैसे आएंगे। अब मैं ये बात इसलिए भी कह रहा हूँ क्योंकि मेरी माँ भी यूएस में है, 6 महीने तक ही रह सकती हैं, जी अब बीच में अगर ठीक नहीं हुआ तो वो जाएंगी कैसे, अब वो हम सोच रहे हैं अभी। क्या कनाडा, क्योंकि उनका वीज़ा एक्सपायर हो गया कनाडा वाला, नया वाला किया नहीं है, क्या वहाँ पे यहाँ पे लेके आऊँ, जी वही मैं सोच रहा था। लेकिन ये बड़े सवाल हैं, हम लोग हर तरफ फैले हुए हैं दुनिया में, इसीलिए कुछ भी होता है कहीं पे हमारे लोग हमेशा इम्पैक्टेड रहते हैं। एब्सोल्युटली